Hello dear students, very warm welcome in my channel Lessons of Life. Today's video for class plus 1 and plus 2 Punjab School Education Board. Today's topic is figure of speech from your poetry section B. In today's video we discuss only important ones. English language ਦੇ ਵਿੱਚ ਜਾਂ English poetry ਦੇ ਵਿੱਚ ਬਹੁਤ ਸਾਰੀਆਂ figure of speeches use ਕੀਤੀਆਂ ਜਾਂਦੀਆਂ ਨੇ ਬਟ ਤੁਹਾਡੇ ਜਿਹੜਾ ਐਗਜ਼ਾਮ ਦੇ ਵਿੱਚ ਪੇਪਰ ਆਉਂਦਾ ਉਹਦੇ ਵਿੱਚ ਮੋਸਟਲੀ 4 ਹੀ ਪੁੱਛੀਆਂ ਜਾਂਦੀਆਂ ਨੇ ਅਸੀਂ ਉਹਨੂੰ ਹੀ ਫੋਕਸ ਕਰਕੇ ਚੱਲ ਰਹੇ ਹਾਂ ਇਸ ਵੀਡੀਓ ਦੇ ਵਿੱਚ ਸੋ ਕਰਦੇ ਹਾਂ ਸਟਾਰਟ ਬੇਟਾ ਫਸਟ ਆਫ ਆਲ ਡੈਫੀਨੇਸ਼ਨ ਤੇ ਮੀਨਿੰਗ ਸਮਝ ਲਈਏ ਫਿਗਰ ਆਫ ਸਪੀਚ ਤੋਂ ਮਤਲਬ ਕੀ ਆ ਫਿਗਰ ਆਫ ਸਪੀਚ ਮੀਨਸ ਆਪਾਂ ਜਿੱਦਾਂ ਕਹਿ ਸਕਦੇ ਹਾਂ ਪੰਜਾਬੀ 'ਚ ਅਲੰਕਾਰ ਠੀਕ ਹੈ ਅ ਫਿਗਰ ਆਫ ਸਪੀਚ ਇਜ਼ ਅ ਫਰੇਜ਼ ਔਰ ਅ ਵਰਡ ਯੂਜ਼ਡ ਇਨ ਨॉन ਲਿਟਰਲ ਸੈਂਸ ਫॉर rhetorical or a rich effect. It is an expression that is different from its literal meaning. ਹਾਂਜੀ ਕੀ ਮਤਲਬ ਹੈ ਇਹਦਾ ਇੱਕ ਤਰ੍ਹਾਂ ਨਾਲ ਅਲੰਕਾਰ ਹੁੰਦੇ ਆ ਜਿਹੜੇ ਕਵਿਤਾ ਨੂੰ ਸਜਾਉਣ ਲਈ ਤੁਹਾਨੂੰ ਪਤਾ ਵੀ ਕਵਿਤਾ 'ਚ ਇੱਕ ਅਮੀਰੀ ਦਾ ਪ੍ਰਭਾਵ ਦੇਣ ਲਈ ਜਾਂ ਇੱਕ ਬਿਆਨਬਾਜ਼ੀ ਜਾਂ ਉਹਨੂੰ ਹੋਰ ਵਧੀਆ ਲੁੱਕ ਦੇਣ ਲਈ ਸ਼ਬਦ ਕੁਝ ਯੂਜ਼ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉਹਨਾਂ ਸ਼ਬਦੀ ਅਰਥ ਨਹੀਂ ਹੁੰਦੇ ਉਹ ਸ਼ਬਦੀ ਅਰਥਾਂ ਤੋਂ ਅੱਗੇ ਕੋਈ ਅਰਥ ਦੇ ਰਹੇ ਹੁੰਦੇ ਨੇ ਠੀਕ ਹੈ ਉਹਨੂੰ ਅਸੀਂ ਫਿਗਰ ਆਫ ਸਪੀਚ ਕਹਿੰਦੇ ਹਾਂ ਇਸ ਤਰ੍ਹਾਂ ਦੇ ਐਕਸਪ੍ਰੈਸ਼ਨ ਨੇ ਐਕਸਪ੍ਰੈਸ਼ਨ ਮੀਨਸ ਹਾਵ ਭਾਵ ਇਜ਼ਹਾਰ ਜਾਂ ਅਭਿਵਿਅਕਤੀ ਕਹਿ ਸਕਦੇ ਹਾਂ ਜਿਹੜੇ ਉਹਨੂੰ ਲਿਟਰਲ ਮੀਨਿੰਗ ਤੋਂ ਅੱਗੇ ਦੀ ਮੀਨਿੰਗ ਪ੍ਰਦਾਨ ਕਰਦੀ ਹੈ ਠੀਕ ਹੈ ਅ ਫਿਗਰ ਆਫ ਸਪੀਚ ਇਜ਼ ਅ ਵੇ ਆਫ ਡਿਸਕ੍ਰਾਈਬਿੰਗ ਸਮਥਿੰਗ ਔਰ ਸਮਵਨ ਇੰਟਰਸਟਿੰਗਲੀ ਐਂਡ ਵਿਵਿਡਲੀ ਕਹਿੰਦੇ ਜਿਹੜੇ ਫਿਗਰ ਆਫ ਸਪੀਚ ਆ ਜਾਂ ਅਲੰਕਾਰ ਨੇ ਉਹ ਕਿਸੇ ਚੀਜ਼ ਨੂੰ ਇਸ ਤਰੀਕੇ ਨਾਲ ਰੌਚਿਕਤਾ ਤਰੀਕੇ ਨਾਲ ਪੇਸ਼ ਕਰਦੇ ਨੇ ਅਤੇ ਇੱਕ ਵਿਸਥਾਰਪੂਰਵਕ ਰੂਪ ਵਿੱਚ ਉਹਨੂੰ ਪੇਸ਼ ਕਰਦੇ ਨੇ ਦ ਵਰਡਸ ਔਰ ਫਰੇਜ਼ਸ ਮੇ ਨਾਟ ਮੀਨ ਐਗਜ਼ੈਕਟਲੀ what they suggest, what they paint a clear picture in the mind of the reader or listener. ਇਹ ਜਿਹੜੇ ਕਹਿੰਦੇ ਸ਼ਬਦ ਨੇ ਵਰਤੇ ਜਾਂਦੇ ਨੇ ਜਾਂ ਫਰੇਜ਼ਸ ਵਰਤੀਆਂ ਜਾਂਦੀਆਂ ਨੇ ਉਹ ਜੋ ਉਹਨਾਂ ਦਾ ਐਗਜ਼ੈਕਟ ਮੀਨਿੰਗ ਆ ਉਹ ਨਹੀਂ ਹੁੰਦਾ ਉਸ ਤੋਂ ਅੱਗੇ ਜਾ ਕੇ ਉਸ ਤੋਂ ਵੀ ਅੱਗੇ ਇੱਕ ਕਲੀਅਰ ਆਪਾਂ ਕਹਿ ਸਕਦੇ ਹਾਂ ਪਿਕਚਰ ਪੇਂਟ ਕਰ ਦਿੰਦੇ ਆ ਪੜ੍ਹਨ ਜਾਂ ਸੁਣਨ ਵਾਲੇ ਦੇ ਦਿਮਾਗ ਦੇ ਵਿੱਚ ਆ ਫਿਗਰ ਆਫ ਸਪੀਚ ਕੈਨ ਬੀ ਇਨ ਦ ਫੋਰਮ ਆਫ ਅ ਫਰੇਜ਼ ਔਰ ਅ ਸਿੰਗਲ ਵਰਡ ਇਹ ਜਿਹੜੀ ਫਿਗਰ ਆਫ ਸਪੀਚ ਆ ਇਹ ਕੋਈ ਫਰੇਜ਼ ਵੀ ਹੋ ਸਕਦੀ ਹੈ ਕੋਈ ਸਿੰਗਲ ਵਰਡ ਵੀ ਹੋ ਸਕਦਾ ਠੀਕ ਦ ਫਿਗਰ ਆਫ ਸਪੀਚ ਆਰ ਆਲਸੋ ਨੋਨ ਐਜ਼ ਰੈਥੋਰੀਕਲ ਫਿਗਰਸ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਕਹਿੰਦੇ ਇੱਕ ਬਿਆਨਬਾਜ਼ੀ ਵੀ ਕਹਿ ਸਕਦੇ ਹਾਂ ਇੱਕ ਬਿਆਨਬਾਜ਼ੀ ਵੀ ਹੁੰਦੀ ਆ ਠੀਕ ਹੈ ਫਿਗਰ ਆਫ ਸਪੀਚ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ 4 ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀਆਂ ਫਸਟ ਵਨ ਹੈ ਸਿਮਲੀ ਸੈਕਿੰਡ ਵਨ ਹੈ ਮੈਟਾਫੋਰ ਥਰਡ ਵਨ ਹੈ ਪਰਸੋਨੀਫਿਕੇਸ਼ਨ ਅਤੇ ਫੋਰਥ ਵਨ ਹੈ ਐਲਿਟਰੇਸ਼ਨ ਹਾਂਜੀ ਹੁਣ ਆਪਾਂ ਇਹਨਾਂ ਨੂੰ ਡਿਟੇਲ 'ਚ ਪੜ੍ਹਦੇ ਹਾਂ ਕੀ ਨੇ ਇਹ ਕਿਵੇਂ ਅਸੀਂ ਇਹਨੂੰ ਫਾਈਂਡ ਆਊਟ ਕਰਨਾ ਹੈਗਾ ਫਸਟ ਵਨ ਹੈ ਸਿਮਲੀ ਡੈਫੀਨੇਸ਼ਨ ਕੰਪੇਅਰਿੰਗ ਟੂ ਅਨਲਾਈਕ ਥਿੰਗਸ ਦੋ ਬਿਲਕੁਲ ਡਿਫਰੈਂਟ ਚੀਜ਼ਾਂ ਨੂੰ ਕੰਪੇਅਰ ਕੀਤਾ ਜਾਂਦਾ ਤੁਲਨਾ ਕੀਤੀ ਜਾਂਦੀ ਹੈ ਯੂਜ਼ਿੰਗ ਲਾਈਕ ਔਰ ਐਜ਼ ਦਾ ਯੂਜ਼ ਕਰਕੇ ਐਗਜ਼ਾਮਪਲ ਦੇਖੋ ਵੀ ਵੀਅਰ ਹਰ ਅਲੋਂਗ ਲਾਈਕ ਅ ਪਰਲ ਔਨ ਅ ਸਟਰਿੰਗ ਲਾਈਕ ਅ ਪਰਲ ਮੋਤੀ ਦੀ ਤਰ੍ਹਾਂ ਠੀਕ ਆ ਸੋ ਇਸ ਲਈ ਇਹ ਕੀ ਹੈ ਸਿਮਲੀ ਆ ਲਾਈਕ ਯੂਜ਼ ਹੋਇਆ ਹੋਇਆ ਹੋਰ ਡਿਟੇਲ ਸਮਝਾਂਗੇ ਸਿਮਲੀ ਇਜ਼ ਐਨ ਕਲੀਅਰ ਕੰਪੈਰੀਜ਼ਨ ਬਿਟਵੀਨ ਟੂ ਡਿਫਰੈਂਟ ਥਿੰਗਸ ਐਕਸ਼ਨ ਔਰ ਫੀਲਿੰਗਸ ਹਾਂਜੀ ਕਹਿੰਦੇ ਜ਼ਰੂਰੀ ਨਹੀਂ ਜਿਹੜਾ ਕੰਪੈਰੀਜ਼ਨ ਕੀਤਾ ਜਾ ਰਿਹਾ ਉਹ ਦੋ ਚੀਜ਼ਾਂ ਦੇ ਵਿਚਕਾਰ ਹੀ ਹੋਵੇ ਉਹ ਐਕਸ਼ਨਸ ਦੇ ਵਿਚਕਾਰ ਵੀ ਹੋ ਸਕਦਾ ਫੀਲਿੰਗ ਦੇ ਵਿਚਕਾਰ ਵੀ ਹੋ ਸਕਦਾ ਫਾਈਂਡ ਆਊਟ ਕਰਨ ਦਾ ਤਰੀਕਾ ਕੀ ਹੈ ਜਦੋਂ ਸਾਨੂੰ ਸੈਂਟੈਂਸ ਕੋਈ ਦਿੱਤਾ ਗਿਆ ਪੋਇਮ ਦੇ ਵਿੱਚੋਂ ਅਗਰ ਉਹਦੇ ਵਿੱਚ ਐਜ਼ ਸੋ ਜਾਂ ਲਾਈਕ ਯੂਜ਼ ਕੀਤਾ ਗਿਆ ਤਾਂ ਇਹਦਾ ਮੀਨਸ ਉਹ ਸਿਮਲੀ ਹੈ ਬੇਟਾ ਠੀਕ ਹੈ ਨੈਕਸਟ ਵਨ ਹੈ ਮੈਟਾਫੋਰ ਜਿਹੜੀ ਸਿਮਲੀ ਆ ਉਸ ਨੂੰ ਅਸੀਂ ਉਪਮਾ ਅਲੰਕਾਰ ਕਹਿ ਸਕਦੇ ਹਾਂ ਠੀਕ ਆ ਉਹਨੂੰ ਤੁਸੀਂ ਉਪਮਾ ਅਲੰਕਾਰ ਨੂੰ ਡਿਟੇਲ 'ਚ ਪੜ੍ਹ ਲਿਓ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜੂ ਜਿਹੜਾ ਮੈਟਾਫੋਰ ਹੈ ਇਹਨੂੰ ਅਸੀਂ ਕਹਾਂਗੇ ਰੂਪਕ ਅਲੰਕਾਰ ਡੈਫੀਨੇਸ਼ਨ ਕੀ ਆ ਇਹਦੀ ਅ ਫਿਗਰ ਆਫ ਸਪੀਚ ਸਟੇਇੰਗ ਦੈਟ ਟੂ ਥਿੰਗਸ ਆਰ ਸਿਮੀਲਰ ਦੋ ਚੀਜ਼ਾਂ ਨੇ ਚਾਹੇ ਉਹ ਡਿਫਰੈਂਟ ਨੇ ਬਿਲਕੁਲ ਪਰ ਉਹਨਾਂ 'ਚ ਜਿਹੜਾ ਸਾਂਝਾ ਤੱਤ ਆ ਕੋਈ ਕਾਮਨ ਤੱਤ ਆ ਉਹਦੀ ਤੁਲਨਾ ਕੀਤੀ ਜਾਂਦੀ ਆ ਉੱਥੇ ਮੈਟਾਫੋਰ ਹੁੰਦਾ ਐਗਜ਼ਾਮਪਲਸ ਨੇ ਦ ਬੁੱਕ ਵਾਜ਼ ਅ ਪਾਸਪੋਰਟ ਟੂ ਐਡਵੈਂਚਰ ਯੂ ਆਰ ਵਾਟ ਯੂ ਈਟ ਹਰ ਹੇਅਰ ਵਾਜ਼ ਸਿਲਕ ਠੀਕ ਹੁਣ ਇਹਨੂੰ ਹੋਰ ਡਿਟੇਲ ਸਮਝੋ ਮੈਟਾਫੋਰ ਇਜ਼ ਅ ਫਿਗਰ ਆਫ ਸਪੀਚ ਇਨ ਵਿਚ ਦੇਅਰ ਇਜ਼ ਐਨ ਇਨਡਾਇਰੈਕਟ implied hidden comparison between two things that share a common quality ਇੱਕ ਹਿਡਨ ਕੰਪੈਰੀਜ਼ਨ ਕੀਤਾ ਜਾਂਦਾ ਦੋ ਚੀਜ਼ਾਂ ਦੇ ਵਿਚਕਾਰ ਉਹਨਾਂ ਦੀ ਇੱਕ ਸਾਂਝੀ ਕੁਆਲਿਟੀ ਦੇ ਕਰਕੇ ਜਿੱਦਾਂ ਆਪਾਂ ਕਹਿੰਦੇ ਹਾਂ ਹੀ ਇਜ਼ ਦਾ ਲੋਇਨ ਉਹ ਸ਼ੇਰ ਆ ਹੁਣ ਲੋਇਨ ਤਾਂ ਐਨੀਮਲ ਬਟ ਇਹ ਬੰਦੇ ਲਈ ਯੂਜ਼ ਕੀਤਾ ਗਿਆ ਤਾਂ ਲੋਇਨ ਅਤੇ ਬੰਦੇ ਦੀ ਬਹਾਦਰੀ ਦਾ ਕੰਪੈਰੀਜ਼ਨ ਕੀਤਾ ਗਿਆ ਇੱਥੇ
दैट मैन इज़ एन एंजल। ठीक है, ਹੁਣ ਦੇਖੋ ਜਿਹੜੀ ਮੈਂ ਤੁਹਾਨੂੰ ਕਹਿੰਦੀ ਵੀ ਉੱਥੋਂ ਫਾਈਂਡ ਆਊਟ ਕਿੱਦਾਂ ਕਰਨਾ ਗਾ। ਇੱਕੋ ਹੀ ਸੈਂਟੈਂਸ ਨੂੰ ਕਿੱਦਾਂ ਉਹ ਸਿਮਲੀ ਵੀ ਹੋ ਸਕਦਾ ਅਤੇ ਮੈਟਾਫੋਰ ਹੋ ਸਕਦਾ। ਮਾਈਕ ਇਜ਼ ਲਾਈਕ ਆ ਟੈਡੀ ਵੀਅਰ, ਲਾਈਕ ਵਰਡ ਯੂਜ਼ ਹੋਇਆ, ਮਾਈਕ ਟੈਡੀ ਵੀਅਰ ਦੀ ਤਰ੍ਹਾਂ ਗਾ, ਸੋ ਲਾਈਕ ਲੱਗਿਆ ਸਿਮਲੀ ਆ। ਮਾਈਕ ਇਜ਼ ਐਜ਼ ਸੋਫਟ ਐਜ਼ ਟੈਡੀ ਵੀਅਰ, ਮਾਈਕ ਟੈਡੀ ਵੀਅਰ ਦੀ ਤਰ੍ਹਾਂ ਨਰਮ ਆ, ਸੋ ਐਜ਼ ਵਰਤਿਆ ਗਿਆ, ਸੋ ਇਹ ਵੀ ਸਿਮਲੀ ਆ। ਹੁਣ ਇਸ ਸੈਂਟੈਂਸ ਨੂੰ ਕਿਵੇਂ ਲਿਖਿਆ ਗਿਆ, ਮਾਈਕ ਇਜ਼ ਆ ਟੈਡੀ ਵੀਅਰ, ਸਿੱਧਾ ਹੀ ਮਾਈਕ ਟੈਡੀ ਵੀਅਰ ਆ, ਸੋ ਇੱਥੇ ਨਾ ਇਜ਼ ਆ ਨਾ ਐਜ਼ ਆ, ਇਸ ਲਈ ਇਹ ਮੈਟਾਫੋਰ ਆ। ਸੇਮ ਐਗਜ਼ਾਮਪਲ ਹੋਰ ਦੇਖੋ ਇੱਕ, ਦੈਟ ਬੋਆਏ ਇਜ਼ ਲਾਈਕ ਆ ਪਿਗ, ਲਾਈਕ ਆ ਪਿਗ, ਠੀਕ ਆ, ਸੂਰ ਦੀ ਤਰ੍ਹਾਂ। ਸੈਕੰਡ 'ਚ ਦੈਟ ਬੋਆਏ ਇਜ਼ ਐਜ਼ ਮੈਸੀ ਐਜ਼ ਆ ਪਿਗ, ਠੀਕ ਆ, ਇੱਥੇ ਵੀ ਐਜ਼ ਆ ਗਿਆ, ਇਸ ਲਈ ਇਹ ਵੀ ਸਿਮਲੀ ਆ। ਹੁਣ ਥਰਡ ਸੈਂਟੈਂਸ ਦੇਖੋ, ਦੈਟ ਬੋਆਏ ਇਜ਼ ਆ ਪਿਗ, ਇੱਥੇ ਨਾ ਐਜ਼ ਆਇਆ ਨਾ ਲਾਈਕ ਆਇਆ, ਇਸ ਲਈ ਇਹ ਕੀ ਆ, ਮੈਟਾਫੋਰ ਆ। ਥਰਡ ਵਨ, personification means ਮਾਨਵੀਕਰਨ, giving human characteristics to non-human things means human means ਇਨਸਾਨ, ਇਨਸਾਨਾਂ ਤੋਂ ਇਲਾਵਾ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਇਨਸਾਨਾਂ ਵਾਲੀਆਂ ਉਹਨਾਂ 'ਚ ਆਦਤਾਂ ਪਾ ਦਈਏ। ਠੀਕ ਆ, ਜਿੱਦਾਂ ਆਪਾਂ ਦੇਖਦੇ ਆ ਐਨੀਮੇਸ਼ਨਸ ਦੇਖਦੇ ਹੋ ਤੁਸੀਂ ਕਾਰਟੂਨ, ਉੱਥੇ ਦਰਖਤ ਵੀ ਬੋਲਦੇ ਆ, ਜਾਨਵਰ ਵੀ ਬੋਲਦੇ ਆ, ਠੀਕ ਆ, ਜਦ ਕਿ ਉਹ ਬੋਲ ਨਹੀਂ ਸਕਦੇ, ਉਹਨਾਂ ਨੂੰ ਮਾਨਵੀ ਕਰੈਕਟਰਿਸਟਿਕਸ ਦੇ ਦਿੱਤੀਆਂ ਗਈਆਂ ਨੇ, ਉਹਨੂੰ ਅਸੀਂ ਕਹਾਂਗੇ ਮਾਨਵੀਕਰਨ। ਜਿੱਦਾਂ ਇਹਦੇ ਵਿੱਚ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। ਫਸਟ ਵਨ ਦੇਖ ਲਓ, ਦਾ ਡੌਗ ਟੋਲਡ ਮੀ ਆਈ ਨੀਡਡ ਟੂ ਪੇ ਆ ਕਲੋਜ਼ਰ ਅਟੈਂਸ਼ਨ, ਡੌਗ ਕਹਿ ਰਿਹਾ ਹੈਗਾ, ਡੌਗ ਟੋਲਡ ਮੀ, ਕੁੱਤੇ ਨੇ ਮੈਨੂੰ ਕਿਹਾ, ਕੁੱਤਾ ਕਿੱਦਾਂ ਕਹਿ ਸਕਦਾ, ਠੀਕ ਆ। ਲਾਸਟ ਵਨ ਦੇ ਲਓ, ਸੀ ਵਾਜ਼ ਕਾਲਿੰਗ, ਸਮੁੰਦਰ ਮੈਨੂੰ ਬੁਲਾ ਰਿਹਾ, ਸੋ ਇਹ ਕੀ ਹੋ ਗਿਆ, ਉਹਦਾ ਮਾਨਵੀਕਰਨ। ਜਿੱਥੇ ਤੁਸੀਂ ਇੱਦਾਂ ਦਾ ਕੋਈ ਚੀਜ਼ ਦੇਖੋ ਉਹਨੂੰ ਬੁਲਵਾ ਰਹੇ ਨੇ, ਜਿੱਦਾਂ ਤੁਹਾਡੇ ਪ੍ਰੇਅਰ ਆਫ ਵੁੱਡਸ ਵਾਲੇ 'ਚ ਵੁੱਡ ਬੋਲ ਨਹੀਂ ਸਕਦੀ ਬਟ ਉੱਥੇ ਬੁਲਵਾਈ ਗਈ ਹੈ ਤਾਂ ਉਹ ਮਾਨਵੀਕਰਨ ਆ ਉਹਦਾ। ਹਾਂਜੀ, ਫੋਰਥ ਵਨ ਉਹ ਹੈਗਾ ਐਲਿਟਰੇਸ਼ਨ ਦੇ ਵਿੱਚ, ਦ ਟੂ ਔਰ ਮੋਰ ਵਰਡਸ ਕਲੋਜ਼ਰ ਟੂਗੈਦਰ ਦੈਟ ਬਿਗਿਨ ਵਿਦ ਦਾ ਸੇਮ ਕੌਨਸੋਨੈਂਟ ਸਾਊਂਡ। ਹਾਂਜੀ, ਦੋ ਸ਼ਬਦ ਬਾਰ-ਬਾਰ ਰਿਪੀਟ ਹੋ ਰਹੇ ਨੇ, ਕੋਈ ਵੀ ਇੱਕ ਸ਼ਬਦ ਹੋ ਸਕਦਾ, ਕੋਈ ਇੱਕ ਵਰਡ ਹੋ ਸਕਦਾ ਰਿਪੀਟ, ਉੱਥੇ ਕੀ ਆ, ਅਨੁਪਰਾਸ ਅਲੰਕਾਰ ਹੈ। ਇਹਦਾ ਮਤਲਬ ਕੀ ਆ, ਅਨੁਪਰਾਸ ਅਲੰਕਾਰ। ਇਹ ਟੰਗ ਟਵਿਸਟਰਾਂ ਦੇ ਵਿੱਚ ਜਿੱਦਾਂ ਹੁੰਦਾ ਗਾ ਹੈ ਨਾ, ਪੰਜਾਬੀ 'ਚ ਟੰਗ ਟਵਿਸਟ ਤਲ ਕੇ ਪਤੀਲੇ ਮੇ ਪਪੀਤਾ ਪੀਲਾ ਪੀਲਾ, ਜਿੱਦਾਂ ਇੱਥੇ ਹੁਣ ਦੇਖੋ ਇੰਗਲਿਸ਼ 'ਚ ਲਿਖਿਆ, ਸ਼ੈਲੀ ਸੈਲਜ਼ ਸ਼ੀ ਸ਼ੈਲ ਬਾਏ ਦ ਸੀ ਸ਼ੋਰ। ਸੈਕਿੰਡ ਵਨ, ਦ ਵਾਈਲਡ ਵਿੰਡ ਵਿਸ਼ਲਡ ਐਂਡ ਵੇਲਡ। ਫਸਟ ਵਨ 'ਚ ਐਸ ਦੀ ਸਾਊਂਡ ਆ ਰਹੀ ਹੈ, ਸੈਕਿੰਡ 'ਚ ਡਬਲਿਊ ਰਿਪੀਟ ਹੋਇਆ ਪਿਆ ਨਾ। ਹਾਂਜੀ, ਪਰ ਪੋਇਟ 'ਚ ਪੋਇਮ ਦੇ ਵਿੱਚ ਕਈ ਵਾਰ ਇੱਦਾਂ ਦਾ ਨਹੀਂ ਹੁੰਦਾ, ਠੀਕ, ਉੱਥੇ ਵੀ ਪਰ ਲੈਟਰ ਦਾ ਦੁਹਰਾਅ ਹੁੰਦਾ। ਹੋਰ ਕੀ ਕਹਿ ਸਕਦੇ ਇਹਨੂੰ, ਇਹ ਕੀ ਰੈਪੀਟੇਸ਼ਨ ਆ, ਸੇਮ ਸਾਊਂਡ ਦੀ ਜਾਂ ਸੇਮ ਲੈਟਰ ਦੀ। ਜਿੱਦਾਂ ਤੁਹਾਡੀ ਗ੍ਰਾਮਰ 'ਤੇ ਤੁਹਾਨੂੰ ਬੁੱਕ 'ਤੇ ਤੁਹਾਨੂੰ ਸਮਝਾਇਆ ਗਿਆ, ਲੈਂਡਸਕੇਪ ਲਵਰ ਲਾਰਡਸ ਆਫ ਲੈਂਗੁਏਜ, ਫਸਟ ਵਰਡ ਵੀ ਐਲ ਨਾਲ, ਦੂਜਾ ਵੀ ਐਲ ਨਾਲ, ਤੀਜਾ ਵੀ ਐਲ ਨਾਲ ਅਤੇ ਚੌਥਾ ਵੀ ਐਲ ਨਾਲ ਸਟਾਰਟ ਹੋ ਰਿਹਾ। ਸੈਕਿੰਡ ਐਗਜ਼ਾਮਪਲ 'ਚ, ਇਨ ਅ ਸਮਰ ਸੀਜ਼ਨ ਵੈਨ ਸੋਫਟ ਵਾਜ਼ ਦਾ ਸਨ, ਇਹਦੇ ਵਿੱਚ ਵੀ ਐਸ ਰਿਪੀਟ ਹੋ ਰਹੀ ਹੈ ਬੇਟਾ। ਸੋ ਆਈ ਹੋਪ ਯੂ ਕੈਨ ਅੰਡਰਸਟੈਂਡ। ਵਾਚ ਨੈਕਸਟ ਵੀਡੀਓ ਫॉर ਐਗਜ਼ਾਮਪਲਸ ਫਰੋਮ ਯੂਅਰ ਓਨ ਪੋਇਮਸ ਸੈਕਸ਼ਨ ਬੀ। ਅਗਲੀ ਵੀਡੀਓ ਦੇ ਵਿੱਚ ਅਸੀਂ +1 ਲਈ ਵੱਖਰੀ ਬਣਾਉਂਗੀ ਅਤੇ +2 ਲਈ ਵੱਖਰੀ। ਤੁਹਾਡੀਆਂ ਜਿਹੜੀਆਂ ਪੋਇਮਸ ਨੇ ਉਹਦੇ ਵਿੱਚੋਂ ਅਸੀਂ ਐਗਜ਼ਾਮਪਲਸ ਚੱਕ ਕੇ ਤੁਹਾਨੂੰ ਸਮਝਾਵਾਂਗੇ, ਜਿਹੜੀਆਂ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੀਆਂ ਨੇ ਤੁਹਾਨੂੰ, ਕਿ ਉਹ ਸਿਮਲੀ ਆ, ਪਰਸੋਨੀਫਿਕੇਸ਼ਨ ਆ, ਮੈਟਾਫੋਰ ਆ, ਇਹ ਤੁਹਾਨੂੰ ਦੱਸਾਂਗੇ। ਥੈਂਕਸ ਫॉर ਵਾਚਿੰਗ। ਸਬਸਕ੍ਰਾਈਬ ਦ ਚੈਨਲ ਇਫ ਯੂ ਡੋਂਟ subscribe. Bye for now.